ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚਾ ਆਪਾਂ ਅੱਜ ਨੈਕਸਟ ਟੌਪਿਕ ਕਰਾਂਗੇ, ਜਿਹੜਾ ਕਿ ਨੈਕਸਟ ਟੌਪਿਕ ਹੈ ਇਸ ਅਕਾਊਂਟਿੰਗ ਸਾਇੰਸ ਔਰ ਐਨ ਆਰਟ। ਕਿ ਅਕਾਊਂਟਿੰਗ ਇੱਕ ਸਾਇੰਸ ਆ ਜਾਂ ਆਰਟ ਹੈ। ਬੱਚਾ ਫਸਟ ਆਫ ਆਲ ਤੁਸੀਂ ਇਹ ਚੀਜ਼ ਦੇਖੋ ਕਿ ਸਾਇੰਸ ਦਾ ਮਤਲਬ ਕੀ ਹੁੰਦਾ। ਫਸਟ ਆਫ ਆਲ ਤੁਸੀਂ ਆਪਣੇ ਜਦੋਂ ਵੀ ਤੁਹਾਨੂੰ ਜੇ ਕੁਐਸਚਨ ਆਏਗਾ ਤੁਸੀਂ ਪਹਿਲਾਂ ਸਾਇੰਸ ਦਾ ਮੀਨਿੰਗ ਲਿਖੋਗੇ, ਫਿਰ ਆਰਟ ਦਾ ਲਿਖੋਗੇ, ਤੇ ਦੈਨ ਤੋਂ ਐਕਸਪਲੇਨੇਸ਼ਨ ਦਓਗੇ ਕਿ ਸਾਇੰਸ ਆ ਜਾਂ ਆਰਟ ਆ। ਠੀਕ ਹੈ ਬੱਚੇ, ਸਾਇੰਸ ਇਜ਼ ਅ ਸਿਸਟਮਾਈਜ਼ਡ ਬੋਡੀ ਆਫ ਨੌਲੇਜ ਬੇਸਡ ਔਨ ਸਰਟਨ ਪ੍ਰਿੰਸੀਪਲਸ ਵਿਚ ਆਰ ਯੂਨੀਵਰਸਲੀ ਅਸੈਪਟੇਬਲ। ਕਹਿੰਦੇ ਸਾਇੰਸ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਕੋਈ ਵੀ ਨੌਲੇਜ ਹੋਣੀ। ਬੱਚੇ ਸਮਝ ਆਉਂਦੀ ਹੈ ਨਾ। ਐਂਡ ਦੇਖੋ ਤੁਸੀਂ ਸਾਇੰਸ ਕੀ ਹੈ, ਸਾਇੰਸ ਕੀ ਇੱਕ ਨੌਲੇਜ, ਕੋਈ ਵੀ ਚੀਜ਼ ਦੀ ਜੋ ਤੁਸੀਂ ਨੌਲੇਜ ਲੈਂਦੇ ਜੋ, ਨੌਲੇਜ ਇਨ ਦਾ ਸੈਂਸ ਨੌਲੇਜ ਤੇ ਲੈ ਲਈ ਆ, ਬਟ ਉਹ ਨੌਲੇਜ ਕੀ ਹੋਣੀ ਚਾਹੀਦੀ ਹੈ। ਦੇਖੋ ਬੇਸਡ ਔਨ ਸਰਟਨ ਪ੍ਰਿੰਸੀਪਲਸ ਵਿਚ ਆਰ ਯੂਨੀਵਰਸਲੀ ਅਸੈਪਟੇਬਲ। ਸਾਇੰਸ ਦਾ ਮਤਲਬ ਹੈ ਕਿ ਤੁਸੀਂ ਪਹਿਲਾਂ ਕੋਈ ਨਾ ਕੋਈ ਚੀਜ਼ ਨੂੰ ਅਬਜ਼ਰਵ ਕੀਤਾ, ਅਬਜ਼ਰਵ ਤੋਂ ਬਾਅਦ ਉਹਨੂੰ ਕੀ ਕੀਤਾ, ਐਕਸਪੈਰੀਮੈਂਟ ਕੀਤਾ, ਐਂਡ ਐਕਸਪੈਰੀਮੈਂਟ ਕਰਨ ਤੋਂ ਬਾਅਦ ਹੀ ਉਹ ਪ੍ਰਿੰਸੀਪਲਸ ਬਣੇ। ਇਹ ਆ ਕਿ ਜਿਹੜਾ ਇੱਕ ਵਾਰੀ ਪ੍ਰਿੰਸੀਪਲ ਬਣ ਗਿਆ ਤੁਸੀਂ ਉਹਨੂੰ ਦੁਬਾਰਾ ਚੇਂਜ ਨਹੀਂ ਕਰ ਸਕਦੇ। ਠੀਕ ਹੈ, ਜਿੱਦਾਂ ਕਿ ਹੁਣ ਇਹ ਦੇਖੋ ਕਿ ਪਹਿਲਾਂ ਅਬਜ਼ਰਵ ਕੀਤਾ ਗਿਆ ਕਿ ਕਿਸੇ ਨੇ ਬਲਬ ਬਣਾਇਆ। ਠੀਕ ਹੈ ਨਾ, ਕਿਉਂ ਬਣਾਇਆ ਗਿਆ ਕਿ ਉਹਨੂੰ ਇਹ ਲੱਗਦਾ ਸੀ ਕਿ ਲਾਈਟ ਨਹੀਂ ਹੈਗੀ। ਜਾਂ ਤੁਸੀਂ ਆਪਣੇ 9th 10th ਦੇ ਵਿੱਚ ਇਹ ਵੀ ਪੜ੍ਹਿਆ ਹੈ ਕਿ ਜਦੋਂ ਐਪਲ ਡਿੱਗਦਾ ਹੈ ਨੀਚੇ, ਹੈ ਨਾ, ਤੇ ਉਹਦੇ ਵਿੱਚ ਜਿਹੜਾ ਆਥਰ ਹੈ ਉਹ ਵੇਖਦਾ ਹੈ ਕਿ ਇਹ ਕਿਉਂ ਡਿੱਗਿਆ ਥੱਲੇ। ਉਹਦੇ ਵਿੱਚ ਵੀ ਇੱਕ ਪਹਿਲਾਂ ਅਬਜ਼ਰਵ ਕੀਤਾ ਉਹਨੇ, ਹੈ ਨਾ, ਤੇ ਫਿਰ ਉਸ ਤੋਂ ਬਾਅਦ ਉਹਨੇ ਕੀ ਕੀਤਾ, ਉਹਦੇ ਉੱਤੇ ਐਕਸਪੈਰੀਮੈਂਟਸ ਕੀਤੇ ਕਿ ਵਾਈ ਇਹ ਕਿਉਂ ਡਿੱਗਦਾ ਇੱਦਾਂ ਥੱਲੇ, ਹੈ ਨਾ, ਕਿ ਐਪਲ ਕਿਉਂ ਥੱਲੇ ਡਿੱਗਦਾ ਟਰੀ ਤੋਂ। ਠੀਕ ਹੈ, ਸੋ ਦੈਟ ਮੀਨਸ ਇਹ ਆ ਕਿ ਸਾਇੰਸ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਨੌਲੇਜ ਹੋਣੀ, ਬਟ ਨੌਲੇਜ ਤੁਸੀਂ ਕਿਹਦੇ ਬੇਸ 'ਤੇ ਹੋਣੀ। ਪਹਿਲਾਂ ਤੁਸੀਂ ਕਿਸੇ ਚੀਜ਼ ਨੂੰ ਅਬਜ਼ਰਵ ਕੀਤਾ, ਉਹਦੇ ਉੱਤੇ ਕੀ ਕੀਤੇ, ਬਾਰ-ਬਾਰ ਐਕਸਪੈਰੀਮੈਂਟਸ ਕੀਤੇ, ਐਂਡ ਜਦੋਂ ਤੁਸੀਂ ਉਹਦੇ ਉੱਤੇ ਐਕਸਪੈਰੀਮੈਂਟਸ ਕਰਤੇ ਤਾਂ ਤੁਹਾਨੂੰ ਤੁਸੀਂ ਉਹ ਕੀ ਬਣ ਗਿਆ, ਪ੍ਰਿੰਸੀਪਲਸ। ਠੀਕ ਹੈ, ਅਤੇ ਜਿਹੜੇ ਕਿ ਸਾਰੀ ਦੁਨੀਆ 'ਚ ਲਾਗੂ ਹੋਊਗਾ। ਫੋਰ ਐਗਜ਼ਾਮਪਲ ਕੋਵਿਡ-19 ਜਿੱਦਾਂ ਹੁਣ ਤੁਹਾਡਾ ਇੰਜੈਕਸ਼ਨ ਨਹੀਂ ਲੱਭ ਰਿਹਾ, ਹੈ ਨਾ, ਅਤੇ ਕੀ ਕਰ ਰਹੇ ਨੇ, ਉਹ ਪਹਿਲਾਂ ਅਬਜ਼ਰਵ ਕਰ ਰਹੇ ਨੇ ਕਿ ਕਿੱਦਾਂ ਪੇਸ਼ੈਂਟਸ ਨੂੰ ਕਿਹੜੀਆਂ ਪ੍ਰੋਬਲਮਸ ਆਉਂਦੀਆਂ। ਠੀਕ ਹੈ, ਫਿਰ ਉਹ ਬਾਰ-ਬਾਰ ਐਕਸਪੈਰੀਮੈਂਟ ਕਰ ਰਹੇ ਨੇ ਕਿ ਆਹ ਮੈਡੀਸਨ ਕਰੀਏ ਅਤੇ ਆਹ ਮੈਡੀਸਨ ਕਰੀਏ ਅਤੇ ਇਹਦੇ ਨਾਲ ਫਰਕ ਪਊਗਾ, ਹੈ ਨਾ। ਅਤੇ ਐਂਡ ਜਦੋਂ ਉਹ ਐਕਸਪੈਰੀਮੈਂਟ ਕਰਕੇ, ਠੀਕ ਹੈ, ਅਬਜ਼ਰਵ ਕਰਕੇ ਐਕਸਪੈਰੀਮੈਂਟ ਕਰਕੇ ਜੇ ਉਹਦਾ ਨਿਕਲ ਆਉਂਦਾ, ਇੰਜੈਕਸ਼ਨ ਨਿਕਲ ਆਉਂਦਾ, ਦੈਟ ਮੀਨਸ ਉਹ ਯੂਨੀਵਰਸਲੀ ਅਸੈਪਟੇਬਲ ਹੈ। ਯੂਨੀਵਰਸਲ ਅਸੈਪਟੇਬਲ ਦਾ ਮਤਲਬ ਕਿ ਆਲ ਓਵਰ ਵਰਲਡ ਦੇ ਵਿੱਚ ਉਹ ਇੰਜੈਕਸ਼ਨ ਲੱਗੇਗਾ। ਇਹ ਥੋੜ੍ਹੀ ਕਿ ਇਕੱਲਾ ਜੇ ਇੰਡੀਆ ਨੇ ਬਣਾਤਾ ਇੰਡੀਆ ਯੂਜ਼ ਕਰੂਗਾ, ਦੈਟ ਮੀਨਸ ਕਿ ਉਹ ਇੰਜੈਕਸ਼ਨ ਆਲ ਓਵਰ ਵਰਲਡ ਹੀ ਹਰ ਇੱਕ ਨੂੰ ਅਸੈਪਟ ਕਰਨਾ ਪਵੇਗਾ। ਠੀਕ ਹੈ ਜੀ। The principle of science establish the relationship between cause and effect and their results are definite and accurate। ਕਹਿੰਦੇ ਕਿ cause and science ਕੀ ਹੈ, ਕਿ cause ਆ, cause ਦਾ ਮਤਲਬ ਇਹ ਆ ਕਿ ਪਹਿਲਾਂ ਕੋਈ ਨਾ ਕੋਈ ਚੀਜ਼ ਹੁੰਦੀ ਹੈ। ਠੀਕ ਹੈ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਕੋਵਿਡ-19 ਇੱਕ cause ਆ। ਠੀਕ ਹੈ, cause ਦਾ ਮਤਲਬ ਕਿੱਥੋਂ ਆਈ। ਠੀਕ ਹੈ ਨਾ, ਐਂਡ ਉਸ ਤੋਂ ਬਾਅਦ ਇਫੈਕਟ ਦਾ ਮਤਲਬ ਉਹਦੇ ਉੱਤੇ ਹੀ ਲੋਕਾਂ ਦਾ ਕੀ ਇਫੈਕਟ ਹੋਇਆ। ਅਤੇ ਇਹ ਜਿਹੜੇ ਜਦੋਂ ਤੁਸੀਂ ਉਹਦਾ ਪ੍ਰਿੰਸੀਪਲ ਬਣਾ ਦਿੰਦੇ ਜੋ, ਉਹ ਜਿਹੜਾ ਪ੍ਰਿੰਸੀਪਲ ਦਾ ਮਤਲਬ ਹੁੰਦਾ ਜਿਹੜੀ ਸਾਰੀ ਦੁਨੀਆ ਵਰਤ ਸਕਦੀ ਹੈ। ਇੱਕ ਰੂਲ ਬਣਾਤਾ ਜਿਹੜਾ ਆਲ ਓਵਰ ਵਰਲਡ 'ਤੇ ਐਪਲੀਕੇਬਲ ਹੋਊਗਾ। ਠੀਕ ਹੈ, ਐਂਡ ਕਹਿੰਦੇ ਕਿ ਉਹ ਜਿਹੜਾ ਤੁਸੀਂ ਆਲ ਓਵਰ ਪ੍ਰਿੰਸੀਪਲ ਬਣਾਤਾ ਉਹ ਆਲ ਓਵਰ ਵਰਲਡ 'ਤੇ ਐਪਲੀਕੇਬਲ ਹੋਊਗਾ। ਦੈਟ ਮੀਨਸ ਕਿ ਉਹ ਕੀ ਹੋਊਗਾ, ਸਹੀ ਹੋਊਗਾ। ਠੀਕ ਹੈ, ਦੈਟ ਮੀਨਸ ਕਿ ਉਹ ਕੀ ਆ, ਪੂਰਾ ਡੈਫੀਨੇਟ ਐਂਡ ਐਕੂਰੇਟ। ਡੈਫੀਨੇਟ ਐਂਡ ਐਕੂਰੇਟ ਦਾ ਮਤਲਬ ਹੁੰਦਾ ਪੂਰਾ ਸਹੀ ਹੋਏਗਾ। ਠੀਕ ਹੈ, ਹੁਣ ਦੇਖੋ ਬੱਚੇ, ਅਕਾਊਂਟਿੰਗ ਮੇ ਬੀ ਰਿਗਾਰਡਡ ਐਜ਼ ਅ ਸਾਇੰਸ ਬਿਕੋਜ਼ ਬਿਜ਼ਨਸ ਟ੍ਰਾਂਜੈਕਸ਼ਨਸ ਆਰ ਰਿਕਾਰਡਡ ਇਨ ਦ ਬੁੱਕਸ ਆਫ ਅਕਾਊਂਟਸ ਔਨ ਦ ਬੇਸਿਸ ਆਫ ਸਰਟਨ ਪ੍ਰਿੰਸੀਪਲਸ ਵਿਚ ਆਰ ਯੂਨੀਵਰਸਲੀ ਅਸੈਪਟੇਬਲ ਐਪਲੀਕੇਬਲ ਨੋਨ ਐਜ਼ ਗੈਪ। ਬੱਚੇ ਦੇਖੋ, ਇੱਕ ਹੋਰ ਚੀਜ਼ ਹੈ ਕਿ ਕਹਿੰਦਾ ਕਿ ਅਕਾਊਂਟਿੰਗ ਨੂੰ ਆਪਾਂ ਸਾਇੰਸ ਤਾਂ ਕਰਕੇ ਕਿਹਾ ਜਾਂਦਾ ਵਾ ਕਿਉਂਕਿ ਜਿਹੜੀਆਂ ਆਪਾਂ ਬਿਜ਼ਨਸ ਦੀਆਂ ਟ੍ਰਾਂਜੈਕਸ਼ਨਸ ਰਿਕਾਰਡ ਕਰਦੇ ਹਾਂ। ਠੀਕ ਆ, ਆਪਾਂ ਕਿੱਥੇ ਕਰਦੇ ਹਾਂ, ਬਿਜ਼ਨਸ ਦੇ ਵਿੱਚ ਟ੍ਰਾਂਜੈਕਸ਼ਨਸ ਰਿਕਾਰਡ ਕਰਦੇ ਹਾਂ ਆਪਣੇ ਬੁੱਕ ਰਜਿਸਟਰਸ ਉੱਤੇ। ਅਤੇ ਪਰ ਜਿਹੜੀਆਂ ਉਹ ਟ੍ਰਾਂਜੈਕਸ਼ਨਸ ਰਿਕਾਰਡ ਕਰਨ ਦੇ ਆ ਤਾਂ ਉਹ ਕਿੱਥੋਂ ਰੂਲਸ ਬਣੇ ਆ, ਸਾਰੇ ਉਹ ਰੂਲਸ ਬਣੇ ਆ ਕਿੰਨੇ ਬਣਾਏ ਆ, ਗੈਪ ਨੇ, ਜਨਰਲੀ ਅਸੈਪਟਡ ਅਕਾਊਂਟਿੰਗ ਪ੍ਰਿੰਸੀਪਲਸ। ਦੈਟ ਮੀਨਸ ਕਿ ਜਿਹੜਾ ਅਕਾਊਂਟਸ ਦੇ ਪ੍ਰਿੰਸੀਪਲਸ ਬਣੇ ਆ, ਅਕਾਊਂਟਸ ਦੇ ਰੂਲਸ ਬਣੇ ਆ, ਉਹ ਆਥਰਸ ਨੇ ਪਹਿਲਾਂ ਅਬਜ਼ਰਵ ਕਰਕੇ ਫਿਰ ਉਹਦੇ ਉੱਤੇ ਬਾਰ-ਬਾਰ ਕੀ ਕੀਤਾ, ਐਕਸਪੈਰੀਮੈਂਟਸ ਕੀਤੇ, ਐਂਡ ਐਕਸਪੈਰੀਮੈਂਟਸ ਤੋਂ ਬਾਅਦ ਉਹ ਰੂਲਸ ਬਣਿਆ। ਐਂਡ ਉਹ ਜਿਹੜੇ ਰੂਲਸ ਆ ਉਹ ਸਾਰੀ ਜਗ੍ਹਾ ਐਪਲੀਕੇਬਲ। ਇਹ ਨਹੀਂ ਕਿ ਇੰਡੀਆ ਦੇ ਵਿੱਚ ਰੂਲ ਵੱਖ ਆ ਅਤੇ ਅਮੈਰੀਕਾ ਦੇ ਵਿੱਚ ਵੱਖ ਐਂਡ ਕੈਨੇਡਾ ਦੇ ਵਿੱਚ ਵੱਖ ਆ। ਉਹ ਰੂਲਸ ਹਰ ਇੱਕ ਜਗ੍ਹਾ ਕੀ ਹੋਣਗੇ, ਐਪਲੀਕੇਬਲ ਹੋਣਗੇ। ਠੀਕ ਹੈ ਜੀ, ਇਹ ਨਹੀਂ ਆ ਕਿ ਤੁਸੀਂ ਕਹਿ ਦਿਓ ਕਿ ਇੱਕ ਬੱਚਾ ਆਪਾਂ ਕਹਿ ਦਈਏ ਪੰਜਾਬ ਬੋਰਡ ਦੇ ਵਿੱਚ ਅਕਾਊਂਟਸ ਦੀ ਬੁੱਕ ਦੇ ਵਿੱਚ ਆਹ ਰੂਲ ਇੱਦਾਂ ਹੋਏਗਾ ਅਤੇ CBSE ਦੇ ਵਿੱਚ ਇੱਦਾਂ ਹੋਊਗਾ। ਨਹੀਂ, ਦੈਟ ਮੀਨਸ ਯੂਨੀਵਰਸਲ ਅਸੈਪਟੇਬਲ ਦਾ ਮਤਲਬ ਇਹ ਆ ਕਿ ਆਲ ਓਵਰ ਵਰਲਡ ਦੇ ਵਿੱਚ ਉਹ ਸਾਰੇ ਰੂਲਸ ਸੇਮ ਹੀ ਰਹਿਣਗੇ ਜੋ ਆਪਣੇ ਇੰਡੀਆ ਦੇ ਵਿੱਚ ਆ। ਠੀਕ ਹੈ ਜੀ, ਇਸ ਤੋਂ ਬਾਅਦ ਬੱਚੇ ਵਟ ਇਜ਼ ਐਨ ਆਰਟ। ਤੁਸੀਂ ਸਾਇੰਸ ਦਾ ਮੀਨਿੰਗ ਲਿਖ ਲਿਆ, ਉਸ ਤੋਂ ਬਾਅਦ ਕੀ ਲਿਖੋਗੇ, ਆਰਟ ਦਾ। ਅਤੇ ਬੱਚੇ ਆਰਟ ਦਾ ਤੁਹਾਨੂੰ ਵੀ ਪਤਾ ਹੁੰਦਾ ਕਿ ਆਰਟ ਦਾ ਮਤਲਬ ਹੁੰਦਾ ਕਿਸੇ ਕੋਲ ਆਪਣੀ ਸਕਿੱਲ ਹੋਣੀ। ਠੀਕ ਹੈ, ਸਕਿੱਲ ਦਾ ਮਤਲਬ ਇਹੀ ਹੈ ਨਾ ਕਿ ਬੰਦਾ ਭਾਵੇਂ ਪੜ੍ਹਿਆ ਲਿਖਿਆ ਨਾ ਹੋਵੇ, ਬਟ ਉਹ ਜੇ ਛੋਟੇ ਹੁੰਦੇ ਤੋਂ ਇੱਕ ਉਹਦੇ ਪਾਪਾ ਕਾਰਪੈਂਟਰ ਆ, ਤਾਂ ਛੋਟੇ ਹੁੰਦੇ ਤੋਂ ਹੀ ਕਾਰਪੈਂਟਰ ਦਾ ਕੰਮ ਕਰ ਰਿਹਾ। ਜਾਂ ਕੋਈ ਪਲੰਬਰ ਆ, ਕਿਸੇ ਦੇ ਪੇਰੈਂਟਸ ਪਲੰਬਰ ਆ, ਤਾਂ ਛੋਟੇ ਹੁੰਦੇ ਤੋਂ ਹੀ ਪਲੰਬਰ ਦਾ ਕੰਮ ਕਰ ਰਹੇ ਨੇ। ਅਤੇ ਭਾਵੇਂ ਉਹਨੂੰ ਪੜ੍ਹੇ ਨਾ ਹੀ, ਬਟ ਉਹ ਛੋਟੇ ਹੁੰਦੇ ਤੋਂ ਹੀ ਹੁਨਰ ਨੂੰ ਕੀ ਕਰ ਲੈਂਦਾ, ਸਮਝ ਲੈਂਦਾ। ਅਤੇ ਉਹਨੂੰ ਭਾਵੇਂ ਨੌਲੇਜ ਨਾ ਹੋਵੇ, ਬਟ ਉਹ ਕੰਮ 'ਚ ਉਹ ਕੀ ਹੋ ਜਾਂਦਾ, ਪਰਫੈਕਟ ਹੋ ਜਾਂਦਾ। ਆਰਟ ਦਾ ਮਤਲਬ ਹੁੰਦਾ ਕਿ ਤੁਹਾਡੇ ਕੋਲ ਕੀ ਹੋਣੀ, ਸਕਿੱਲ ਹੋਣੀ। ਠੀਕ ਹੈ, art is the part of knowledge which enable us to reach our goals and tells us the manner in which we
may attain our objectives in the best possible manner। ਕਹਿੰਦੇ ਆ ਕਿ ਦੇਖੋ ਬੱਚੇ ਕਿ ਆਰਟ ਇੱਕ ਨੌਲੇਜ ਆ ਜਿਹਦੇ ਵਿੱਚ ਤੁਸੀਂ ਕੀ ਕਰਦੇ ਜੋ, ਆਰਟ ਵੀ ਨੌਲੇਜ ਆ ਹੈ ਨਾ, ਕਿ ਤੁਸੀਂ ਕੀ ਜਦੋਂ ਤੁਸੀਂ ਕੋਈ ਸਕਿੱਲ ਗੇਨ ਕੀਤੀ ਦੈਟ ਮੀਨਸ ਉਹ ਕੀ ਆ, ਨੌਲੇਜ ਆ, ਠੀਕ ਆ। ਹੁਣ ਕਹਿੰਦੇ ਆ ਕਿ ਆਰਟ ਇੱਕ ਨੌਲੇਜ ਹੈ ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਆਪਾਂ ਆਪਣੇ ਗੋਲਸ ਨੂੰ ਅਚੀਵ ਕਰਦੇ, ਬਟ ਉਹ ਗੋਲਸ ਕਿੱਦਾਂ ਅਚੀਵ ਹੋਣਗੇ, ਦ ਮੋਰ ਵੀ ਪ੍ਰੈਕਟਿਸ, ਜਿੰਨੀ ਜ਼ਿਆਦਾ ਆਪਾਂ ਕਿਸੇ ਚੀਜ਼ ਦੀ ਪ੍ਰੈਕਟਿਸ ਕਰਾਂਗੇ, ਪ੍ਰੈਕਟਿਸ ਐਂਡ ਆਰਟ ਦ ਮੋਰ ਪ੍ਰੋਫੀਸ਼ੀਐਂਟ ਵੀ ਬਿਕਮ ਇਟ। ਕਹਿੰਦਾ ਕਿ ਜਦੋਂ ਕੋਈ ਵੀ ਜਿੰਨਾ ਜ਼ਿਆਦਾ ਆਪਾਂ ਕੋਈ ਕੰਮ ਕਰਾਂਗੇ, ਜਿੰਨੀ ਜ਼ਿਆਦਾ ਕਿਸੇ ਕੰਮ ਦੀ ਪ੍ਰੈਕਟਿਸ ਕਰਾਂਗੇ, ਉਨੇ ਹੀ ਵਧੀਆ ਆਪਾਂ ਉਹਦੇ ਵਿੱਚ ਹੋ ਜਾਵਾਂਗੇ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਿਆ ਕਿ ਅਨਪੜ੍ਹ ਬੰਦਾ ਹੈ, ਕੁਝ ਨਹੀਂ ਪੜ੍ਹਿਆ, ਠੀਕ ਹੈ। ਹੁਣ ਤੁਹਾਡੇ ਪਾਪਾ ਹੋ ਗਏ ਜਿਹਦਾ ਫਾਰਮਰ ਆ, ਤੁਹਾਡੇ ਪੇਰੈਂਟਸ ਕਈਆਂ ਦੇ ਹੈ ਨਾ, ਪੜ੍ਹਾਈ ਤਾਂ ਨਹੀਂ ਕੀਤੀ ਨਾ, ਬਟ ਛੋਟੇ ਹੁੰਦੇ ਤੋਂ ਵੇਖਦੇ ਰਹੇ ਆਹ ਫਸਲ ਇੱਦਾਂ ਬੀਜਣੀ, ਆਹ ਫਸਲ ਇੱਦਾਂ ਬੀਜਣੀ, ਦੈਟ ਮੀਨਸ ਕਿ ਜਿੰਨੀ ਪ੍ਰੈਕਟਿਸ ਜ਼ਿਆਦਾ ਕਰਦੇ ਗਏ ਉਨਾ ਹੀ ਜ਼ਿਆਦਾ ਉਹ ਕੰਮ ਦੇ ਵਿੱਚ ਕੀ ਹੋ ਗਏ, ਮਾਹਿਰ ਹੋ ਗਏ, ਠੀਕ ਹੈ। ਇਜ਼ ਅਕਾਊਂਟਿੰਗ ਐਨ ਆਰਟ। ਹੁਣ ਕਹਿੰਦਾ ਕਿ ਅਕਾਊਂਟਿੰਗ ਇੱਕ ਆਰਟ ਆ। ਅਕਾਊਂਟਿੰਗ ਬੱਚੇ ਇਹ ਨਾ ਲਿਖਿਓ ਕਿ ਬਸ ਤੁਸੀਂ, ਮੈਂ ਤੁਹਾਨੂੰ ਪਹਿਲਾਂ ਦੱਸਣ ਦੀ ਆਹ ਚੀਜ਼ਾਂ ਨਾ ਨੋਟ ਕਰਿਓ ਜਿਹੜੀਆਂ ਆ ਵਾ, ਠੀਕ ਹੈ। ਤੁਸੀਂ ਪਹਿਲਾਂ ਲਿਖਣਾ ਸਾਇੰਸ ਦਾ ਮੀਨਿੰਗ, ਫਿਰ ਤੁਸੀਂ ਲਿਖਣਾ ਆਰਟ ਦਾ ਮੀਨਿੰਗ, ਐਂਡ ਐਂਡ 'ਤੇ ਆਪਾਂ ਕਨਕਲੂਜਨ ਦੇਵਾਂਗੇ ਕਿ ਆਪਾਂ ਉਹਨੂੰ ਆਰਟ ਮੰਨਦੇ ਹਾਂ ਜਾਂ ਸਾਇੰਸ ਮੰਨਦੇ ਹਾਂ, ਠੀਕ ਹੈ। ਫਿਰ ਕਹਿੰਦਾ ਅਕਾਊਂਟਿੰਗ ਇਜ਼ ਬੇਸਡ ਔਨ ਸਰਟਨ ਅਜ਼ੰਪਸ਼ਨਸ ਵਾਈਲ ਅਜ਼ਿਊਮਿੰਗ ਸਰਟਨ ਥਿੰਗਸ, ਦ ਬਾਇਸਨੈਸ ਐਂਡ ਪਰਸਨਲ ਜਜਮੈਂਟ ਆਫ ਦ ਅਕਾਊਂਟੈਂਟ ਅਫੈਕਟਸ ਦ ਅਕਾਊਂਟਿੰਗ ਰਿਜ਼ਲਟਸ। ਬੱਚੇ ਕਹਿੰਦੇ ਆ ਕਿ ਦੇਖੋ ਅਕਾਊਂਟਸ ਬਣਾਉਂਦਾ ਕੌਣ, ਇੱਕ ਸਿੰਪਲ ਜਿਹਾ ਬੰਦਾ ਬਣਾਉਂਦਾ ਨਾ, ਇੱਕ ਆਮ ਪਰਸਨ ਆ, ਮੈਂ ਵੀ ਬਣਾ ਸਕਦੀ ਹਾਂ। ਜੇ ਮੈਂ ਹੁਣ ਮੈਂ ਐਮ.ਕਾਮ ਕਰ ਲਈ ਤਾਂ ਮੈਂ ਵੀ ਅਕਾਊਂਟਸ ਬਣਾ ਸਕਦੀ ਹਾਂ ਨਾ, ਜੇ ਮੈਨੂੰ ਕਿਸੇ ਨੇ ਹਾਇਰ ਕਰਨਾ ਹੋਵੇ ਤਾਂ ਮੈਨੂੰ ਕਰ ਸਕਦਾ ਹੈ ਨਾ, ਮੈਂ ਅਕਾਊਂਟਸ ਬਣਾ ਸਕਦੀ। ਦੈਟ ਮੀਨਸ ਕੀ ਕਹਿੰਦਾ ਹੈ ਕਿ ਅਜ਼ੰਪਸ਼ਨ ਆਪਾਂ ਅਜ਼ਿਊਮ ਕਰਦੇ ਹਾਂ, ਹਰ ਇੱਕ ਚੀਜ਼ ਨੂੰ ਕੀ ਕਰਦੇ ਹਾਂ ਕਿ ਜੋ ਪ੍ਰਿੰਸੀਪਲਸ ਉਹਨਾਂ ਦੇ ਬੇਸਿਸ 'ਤੇ ਕਰਦੇ, ਬਟ ਕਹਿੰਦੇ ਆ ਕਿ ਵਾਈਲ ਅਜ਼ਿਊਮਿੰਗ ਸਰਟਨ ਥਿੰਗਸ, ਕਹਿੰਦੇ ਕਿ ਜਦੋਂ ਆਪਾਂ ਕੋਈ ਚੀਜ਼ ਅਜ਼ਿਊਮ ਕਰਦੇ ਹਾਂ, ਦ ਬਾਇਸ ਦਾ ਮਤਲਬ ਹੁੰਦਾ ਵਾ ਕਿ ਪੱਖਪਾਤ, ਕਿ ਆਪਾਂ ਕਿਸੇ ਜਿੱਦਾਂ ਹੁਣ ਦੇਖੋ ਕਿਸੇ ਵੇਲੇ ਕਲਾਸ ਦੇ ਵਿੱਚ ਟੀਚਰ ਹੁੰਦਾ ਵਾ, ਇੱਕ ਬੱਚੇ ਨੂੰ ਜ਼ਿਆਦਾ ਇੰਪੋਰਟੈਂਸ ਦਿੰਦਾ, ਦੂਜੇ ਨੂੰ ਨਹੀਂ ਦਿੰਦਾ, ਦੈਟ ਮੀਨਸ ਬਾਇਸਨੈਸ ਦਾ ਮਤਲਬ ਹੁੰਦਾ ਵਾ ਕਿ ਆਪਾਂ ਇੱਕ ਦੇ ਵੱਲ ਜ਼ਿਆਦਾ ਉਤਸ਼ਾਹਿਤ ਹੋਣਾ, ਦੂਜੇ ਵੱਲ ਨਹੀਂ, ਕਿ ਇੱਕ ਨੂੰ ਆਪਾਂ ਜ਼ਿਆਦਾ ਇੰਪੋਰਟੈਂਸ ਦੇਣਾ, ਦੂਜੇ ਨੂੰ ਨਹੀਂ, ਠੀਕ ਹੈ। ਦ ਬਾਇਸਨੈਸ ਐਂਡ ਪਰਸਨਲ ਜਜਮੈਂਟ ਆਫ ਦ ਅਕਾਊਂਟੈਂਟ ਅਫੈਕਟ ਦ ਅਕਾਊਂਟਿੰਗ ਰਿਜ਼ਲਟਸ। ਕਹਿੰਦਾ ਕਿ ਜਦੋਂ ਬਾਇਸਨੈਸ ਦਾ ਮਤਲਬ ਹੁੰਦਾ ਹੇਰਾਫੇਰੀ ਕਰਨਾ, ਇੱਕ ਹਿਸਾਬ ਦਾ ਅਕਾਊਂਟਸ ਦੀ ਭਾਸ਼ਾ ਦੇ ਵਿੱਚ ਆਪਾਂ ਨੂੰ ਕੀ ਕਹਾਂਗੇ ਕਿ ਹੇਰਾਫੇਰੀ ਕਰਨਾ। ਕਹਿੰਦੇ ਕਿ ਜਦੋਂ ਅਕਾਊਂਟੈਂਟ ਨੇ ਅਕਾਊਂਟ ਬਣਾਉਣੇ ਆ, ਠੀਕ ਹੈ ਨਾ, ਤਾਂ ਉਹਦੀ ਮਰਜ਼ੀ ਉਹ ਹੇਰਾਫੇਰੀ ਵੀ ਕਰ ਸਕਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿੱਥੇ 5 ਲੱਖ ਦਾ ਪ੍ਰੋਫਿਟ ਆ, ਕੰਪਨੀ ਉਹਨੂੰ ਕਹੇ ਕਿ ਤੂੰ 1 ਲੱਖ ਦਾ ਸ਼ੋਅ ਕਰ ਦੇ, ਮੈਂ ਤੈਨੂੰ 10,000 20,000 ਵੱਧ ਦੇ ਦੂੰਗੀ, ਤੇ ਅਕਾਊਂਟੈਂਟ ਨੇ ਕੀ ਕਰਨਾ ਵਾ, 1 ਲੱਖ ਰੁਪਈਆ ਪ੍ਰੋਫਿਟ ਸ਼ੋਅ ਕਰ ਦੇਣਾ ਵਾ ਬਜਾਏ ਕਿ 5 ਲੱਖ ਦੇ, ਠੀਕ ਹੈ। ਸੋ ਕਹਿੰਦੇ ਆਰਟ ਕੀ ਆ, ਦ ਮੋਰ ਏ ਪਰਸਨ ਡਜ਼ ਅਕਾਊਂਟਿੰਗ ਦ ਮੋਰ ਸਕਿਲਡ ਹੀ ਬਿਕਮ ਇਟ। ਕਹਿੰਦਾ ਆਰਟ ਦੇ ਵਿੱਚ ਉਹੀ ਗੱਲ ਹੋ ਗਈ ਕਿ ਜਿੰਨੀ ਜ਼ਿਆਦਾ ਪ੍ਰੈਕਟਿਸ ਕਰੂਗਾ ਬੰਦਾ ਅਕਾਊਂਟਸ ਦੀ, ਉਨਾ ਜ਼ਿਆਦਾ ਉਹਦੇ ਵਿੱਚ ਕੀ ਹੋ ਜਾਊਗਾ, ਪਰਫੈਕਟ ਹੋ ਜਾਊਗਾ। ਸੋ ਅਕਾਊਂਟਿੰਗ ਰਿਕੁਆਇਰਸ ਦ ਨੌਲੇਜ ਐਜ਼ ਵੈਲ ਐਜ਼ ਦ ਇੰਡੀਵਿਜੂਅਲ ਸਕਿੱਲ ਟੂ ਅਪਲਾਈ ਦ ਨੌਲੇਜ, ਐਵਰੀਬਡੀ ਕੈਨੋਟ ਬਿਕਮ ਏ ਗੁੱਡ ਅਕਾਊਂਟੈਂਟ। ਹੁਣ ਇੱਥੇ ਲਾਈਨ ਦੇਖੋ, ਕਹਿੰਦਾ ਕਿ ਅਕਾਊਂਟਿੰਗ ਦੇ ਵਿੱਚ ਆਪਾਂ ਨੂੰ ਨੌਲੇਜ ਵੀ ਚਾਹੀਦੀ। ਬੱਚੇ ਕਿਉਂ ਨੌਲੇਜ ਕਿਉਂ ਚਾਹੀਦੀ ਹੈ, ਕਿਉਂਕਿ ਜੇ ਤੁਸੀਂ ਰੂਲਸ ਹੀ ਨਹੀਂ ਤੁਹਾਨੂੰ ਪਤਾ ਹੋਣਗੇ, ਦੈਟ ਮੀਨਸ ਰੂਲਸ ਦਾ ਪਤਾ ਕਿੱਥੋਂ ਚੱਲੂਗਾ, ਰੂਲਸ ਦਾ ਪਤਾ ਕਿੱਥੋਂ ਚੱਲੂਗਾ, ਰੂਲਸ ਦਾ ਜੇ ਤੁਹਾਨੂੰ ਪਤਾ ਤਾਂ ਕਿੱਥੋਂ ਚੱਲੂਗਾ ਕਿ ਜਦੋਂ ਤੁਸੀਂ ਉਹਨੂੰ ਬਾਰ-ਬਾਰ ਰੂਲਸ ਦਾ ਕਿੱਥੋਂ ਪਤਾ ਚੱਲੂਗਾ ਤੁਹਾਨੂੰ, ਰੂਲਸ ਦਾ ਤੁਹਾਨੂੰ ਬੱਚੇ ਸੌਰੀ ਫਾਰ ਇੰਟਰਪਸ਼ਨ। ਬੱਚੇ ਇੱਥੇ ਦੇਖਿਓ ਤੁਸੀਂ ਕਿ ਤੁਹਾਨੂੰ ਸੋ ਅਕਾਊਂਟਿੰਗ ਰਿਕੁਆਇਰਸ ਦ ਨੌਲੇਜ, ਦੈਟ ਮੀਨਸ ਕਿ ਅਕਾਊਂਟੈਂਟ ਉਹੀ ਬਣ ਸਕਦਾ ਜਿਹਦੇ ਕੋਲ ਨੌਲੇਜ ਹੋਊਗੀ। ਨੌਲੇਜ ਮਤਲਬ ਉਹਨੇ ਬੀ.ਕਾਮ ਕੀਤੀ ਹੋਊਗੀ, +2 ਪਹਿਲਾਂ ਕਮਰਸ ਕੀਤੀ ਹੋਊਗੀ, ਫਿਰ ਬੀ.ਕਾਮ ਕੀਤੀ ਹੋਊਗੀ, ਫਿਰ ਉਸ ਤੋਂ ਬਾਅਦ ਕੀ ਕੀਤੀ ਹੋਊਗੀ, ਐਮ.ਕਾਮ ਕੀਤੀ ਹੋਊਗੀ, ਹੈ ਨਾ। ਤਾਂ ਐਜ਼ ਵੈਲ ਐਜ਼ ਦੇਖੋ ਤਾਂ ਉਹਦੇ ਕੋਲ ਸਕਿੱਲਸ ਵੀ ਹੋਣੀਆਂ ਚਾਹੀਦੀਆਂ। ਸਕਿੱਲਸ ਦਾ ਮਤਲਬ ਹੈ ਕਿ ਨੌਲੇਜ ਤਾਂ ਹੋ ਗਈ ਉਹਦੇ ਕੋਲ, ਉਹਨੂੰ ਪੜ੍ਹ ਲਿਆ, ਬਟ ਉਹਨੂੰ ਅਕਾਊਂਟ ਹੀ ਨਹੀਂ ਬਣਾਉਣੇ ਆਉਂਦੇ। ਸਮਝ ਆ ਰਹੀ ਹੈ? ਜੇ ਉਹਨੂੰ ਅਕਾਊਂਟ ਹੀ ਨਹੀਂ ਬਣਾਉਣੇ ਆਉਂਦੇ ਤਾਂ ਫਿਰ ਵੀ ਉਹ ਇੱਕ ਵਧੀਆ ਅਕਾਊਂਟੈਂਟ ਨਹੀਂ ਬਣ ਸਕਦਾ। ਹੁਣ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ ਮੈਂ ਐਮ.ਕਾਮ ਕੀਤੀ ਆ, ਠੀਕ ਹੈ, ਐਮ.ਕਾਮ ਕੀਤੀ ਆ, ਅਤੇ ਮੈਨੂੰ ਕੋਈ ਕਹੂਗਾ ਕਿ ਇਹਨੂੰ ਅਕਾਊਂਟਸ ਤੇ ਬਣਾਉਣੇ ਆਉਂਦੇ ਹੋਣੇ, ਇਹਨੂੰ ਹਾਇਰ ਕਰ ਲਓ, ਬਟ ਜਦੋਂ ਉਹਨਾਂ ਨੇ ਜਾ ਕੇ ਵੇਖਿਆ ਕਿ ਮੈਨੂੰ ਤਾਂ ਬਣਾਉਣੇ ਹੀ ਨਹੀਂ ਆਉਂਦੇ, ਦੈਟ ਮੀਨਸ ਕਿ ਮੇਰੇ ਕੋਲ ਸਕਿੱਲ ਹੀ ਨਹੀਂ ਹੈਗੀ, ਉਹ ਨੌਲੇਜ ਤਾਂ ਹੈਗੀ ਬਟ ਸਕਿੱਲ ਨਹੀਂ ਹੈਗੀ। ਬਟ ਦੇਖੋ ਹੁਣ ਇੱਕ ਕੰਪਨੀ ਆ, ਦੂਜੀ ਇੱਕ ਇਹ ਚੀਜ਼ ਹੋ ਗਈ ਕਿ ਇੱਕ ਕੰਪਨੀ ਆ, ਜਦੋਂ ਬੰਦੇ ਕੋਲ ਸਕਿੱਲ ਹੈਗੀ ਉਹ ਅਕਾਊਂਟੈਂਟ ਬਣ ਸਕਦਾ ਵਾ। ਕਿ ਉਹਨੂੰ ਛੋਟੇ ਜਦੋਂ ਉਹਦੇ ਫਾਦਰ ਅਕਾਊਂਟੈਂਟ ਹੀ, ਬਟ ਉਹ ਪੜ੍ਹਿਆ ਲਿਖਿਆ ਨਹੀਂ ਆ, ਬਟ ਛੋਟੇ ਹੁੰਦੇ ਜਦੋਂ ਉਹਦੇ ਫਾਦਰ ਅਕਾਊਂਟੈਂਟ, ਉਹਨੂੰ ਸਾਰਾ ਪਤਾ ਕਿੱਦਾਂ ਅਕਾਊਂਟਸ ਬਣਾਉਣੇ ਆ, ਬਟ ਉਹਨੂੰ ਕੋਈ ਵੀ ਆਰਗੇਨਾਈਜੇਸ਼ਨ ਹਾਇਰ ਨਹੀਂ ਕਰੂਗੀ। ਕਿਉਂ ਨਹੀਂ ਕਰੂਗੀ? ਉਹਨਾਂ ਨੇ ਕਹਿਣਾ ਤੇਰੇ ਕੋਲ ਨੌਲੇਜ ਨਹੀਂ ਹੈਗੀ, ਤੇਰੇ ਕੋਲ ਡਿਗਰੀਜ਼ ਨਹੀਂ ਹੈਗੀਆਂ। ਨੌਲੇਜ ਦਾ ਮਤਲਬ ਕੀ ਆ ਕਿ ਡਿਗਰੀਜ਼ ਹੋਣੀਆਂ ਚਾਹੀਦੀਆਂ, ਅਤੇ ਜਦੋਂ ਤੁਹਾਡੇ ਕੋਲ ਡਿਗਰੀਜ਼ ਨਹੀਂ ਹੈਗੀਆਂ ਤੁਹਾਨੂੰ ਕਿਸੇ ਵੀ ਆਰਗੇਨਾਈਜੇਸ਼ਨ ਐਂਟਰ ਨਹੀਂ ਹੋਣ ਦੇਣਾ। ਸੋ ਐਟ ਦ ਐਂਡ ਵੀ ਵਿਲ ਕਨਕਲੂਡ ਦੈਟ ਕਿ ਸੋ ਅਕਾਊਂਟਿੰਗ ਇਜ਼ ਬੋਥ ਸਾਇੰਸ ਐਜ਼ ਵੈਲ ਐਜ਼ ਆਰਟ। ਕਿ ਜੇ ਤੁਹਾਡੇ ਕੋਲ ਨੌਲੇਜ ਹੈਗੀ ਆ, ਨੌਲੇਜ ਦਾ ਮਤਲਬ ਹੈ ਕਿ ਤੁਹਾਡੇ ਕੋਲ ਡਿਗਰੀਜ਼ ਹੈਗੀਆਂ, ਪਹਿਲੀ ਗੱਲ ਤਾਂ ਫਿਰ ਤੁਸੀਂ ਐਂਟਰ ਹੋਗੇ। ਤਾਂ ਬਟ ਜੇ ਤੁਹਾਡੇ ਕੋਲ ਡਿਗਰੀਜ਼ ਤਾਂ ਹੈਗੀਆਂ ਬਟ ਤੁਹਾਨੂੰ ਅਕਾਊਂਟਸ ਬਣਾਉਣੇ ਨਹੀਂ ਆਉਂਦੇ, ਫਿਰ ਵੀ ਤੁਹਾਨੂੰ ਕੋਈ ਐਂਟਰ ਨਹੀਂ ਕਰੂਗਾ। ਸੋ ਤੁਹਾਡੇ ਕੋਲ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ, ਨੌਲੇਜ ਵੀ ਹੋਣੀ ਚਾਹੀਦੀ ਹੈ ਅਤੇ ਨਾਲ ਨਾਲ ਤੁਹਾਡੇ ਕੋਲ ਕੀ ਹੋਣੀਆਂ ਚਾਹੀਦੀਆਂ, ਸਕਿੱਲਸ ਹੋਣੀਆਂ ਚਾਹੀਦੀਆਂ, ਤਾਂ ਹੀ ਤੁਸੀਂ ਇੱਕ ਵਧੀਆ ਅਕਾਊਂਟੈਂਟ ਬਣ ਸਕਦੇ ਹੋ। ਜੋ ਤੋਂ ਬਿਨਾਂ ਤੁਸੀਂ ਅਕਾਊਂਟੈਂਟ ਨਹੀਂ ਬਣ ਸਕਦੇ, ਠੀਕ ਹੈ। ਹੁਣ ਫੋਰ ਐਗਜ਼ਾਮਪਲ ਜੇ ਤੁਹਾਡੇ ਕੋਲ ਨੌਲੇਜ ਹੈਗੀ ਆ ਬਟ ਤੁਹਾਨੂੰ ਬਣਾਉਣ ਦੀ ਅਕਲ ਹੀ ਨਹੀਂ ਹੈਗੀ, ਫਿਰ ਵੀ ਤੁਹਾਨੂੰ ਕੋਈ ਕਹੂਗਾ ਕਿ ਤੁਸੀਂ ਇੱਕ ਬੈਡ ਅਕਾਊਂਟੈਂਟ ਹੋ, ਤੁਹਾਨੂੰ ਕੰਪਨੀ ਨਹੀਂ ਰੱਖੂਗੀ, ਠੀਕ ਹੈ।
ਐਂਡ ਜੇ ਤੁਹਾਡੇ ਕੋਲ ਸਕਿੱਲ ਹੈਗੀ ਆ ਬਟ ਨੌਲੇਜ ਨਹੀਂ ਹੈਗੀ ਤੇ ਫਿਰ ਵੀ ਤੁਹਾਨੂੰ ਕੰਪਨੀ ਨਹੀਂ ਰੱਖੋ। ਉਹਨਾਂ ਨੇ ਕਹਿਣਾ ਕਿ ਤੁਹਾਡੇ ਕੋਲ ਡਿਗਰੀਜ਼ ਨਹੀਂ ਹੈਗੀਆਂ, ਤੁਹਾਡੇ ਕੋਲ ਤੁਸੀਂ ਆਪਣੀਆਂ ਡਿਗਰੀਜ਼ ਦਿਖਾਓ, ਤਾਂ ਤੁਹਾਨੂੰ ਕਿਸੇ ਆਰਗੇਨਾਈਜੇਸ਼ਨ ਨੇ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਐਂਟਰ ਹੀ ਨਹੀਂ ਕਰਨ ਦੇਣਾ। ਸੋ ਅਕਾਊਂਟਿੰਗ ਦੇ ਵਿੱਚ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ, ਤੁਹਾਡੇ ਕੋਲ ਨੌਲੇਜ ਵੀ ਹੋਣੀ ਚਾਹੀਦੀ, ਤੁਹਾਡੇ ਕੋਲ ਆਰਟ ਵੀ ਹੋਣੀ ਚਾਹੀਦੀ। ਐਟ ਦ ਐਂਡ ਵੀ ਵਿਲ ਕਨਕਲੂਡ ਦੈਟ ਕਿ ਅਕਾਊਂਟਿੰਗ ਇਜ਼ ਬੋਥ ਸਾਇੰਸ ਐਜ਼ ਵੈਲ ਐਜ਼ ਆਰਟ। ਠੀਕ ਹੈ। ਨੀਡ ਐਂਡ ਆਬਜੈਕਟਿਵਸ ਆਫ ਅਕਾਊਂਟਿੰਗ ਬੱਚੇ ਕਿ ਕਿਉਂ ਆਪਾਂ ਨੂੰ ਕੀ ਲੋੜ ਪੈਂਦੀ ਅਕਾਊਂਟਿੰਗ ਦੀ। ਠੀਕ ਹੈ। ਫਸਟ ਆਫ ਆਲ ਪ੍ਰਾਇਮਰੀ ਆਬਜੈਕਟਿਵ ਇਹ ਦੋ ਤਰ੍ਹਾਂ ਦੇ ਵਿੱਚ ਵੰਡੇ ਗਏ, ਪ੍ਰਾਇਮਰੀ ਤੇ ਸੈਕੰਡਰੀ। ਠੀਕ ਹੈ ਬੱਚੇ। ਪ੍ਰਾਇਮਰੀ ਆਬਜੈਕਟਿਵ ਦੇ ਵਿੱਚ ਫਸਟ ਆਫ ਆਲ ਆਬਜੈਕਟਿਵ ਆਉਂਦਾ ਟੂ ਮੇਨਟੇਨ ਰਿਕਾਰਡਸ ਆਫ ਬਿਜ਼ਨਸ। ਬੱਚੇ ਇਹਨੂੰ ਧਿਆਨ ਦੇ ਨਾਲ ਪੜ੍ਹਿਓ। ਪਹਿਲਾ ਪ੍ਰਾਇਮਰੀ ਦਾ ਮਤਲਬ ਹੁੰਦਾ ਕਿ ਫਸਟ ਆਪਾਂ ਕਿਹੜਾ ਕੰਮ ਕਰਨਾ ਹੈ। ਸੈਕੰਡਰੀ ਦਾ ਮਤਲਬ ਹੁੰਦਾ ਕਿ ਆਪਾਂ ਪਹਿਲੇ ਨੂੰ ਛੱਡ ਕੇ ਦੂਜਾ ਕਰਾਂਗੇ ਬਾਅਦ ਚੋਂ। ਠੀਕ ਹੈ। ਦੈਟ ਮੀਨਸ ਕਿ ਪ੍ਰਾਇਮਰੀ ਕਿ ਪਹਿਲੀ ਤਾਂ ਗੱਲ ਇਹ ਕਿ ਅਕਾਊਂਟਸ ਤਾਂ ਕਰਕੇ ਬਣਾਏ ਜਾਂਦੇ ਤਾਂ ਜੋ ਆਪਾਂ ਕੀ ਕਰ ਸਕੀਏ, ਰਿਕਾਰਡ ਰੱਖ ਸਕੀਏ ਹਰ ਇੱਕ ਚੀਜ਼ ਦਾ। ਤੇ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਕਿ ਹਿਊਮਨ ਦੀ ਮੈਮਰੀ ਕੀ ਹੈ, ਇੱਕ ਸ਼ਾਰਟ ਹੈ। ਠੀਕ ਹੈ। ਕਿ ਉਹਨੂੰ ਜ਼ਿਆਦਾਤਰ ਚੇਤੇ ਰਹਿੰਦਾ। ਸੋ ਜਦੋਂ ਹਰ ਇੱਕ ਚੀਜ਼ ਦਾ ਰਿਕਾਰਡ ਰੱਖੂਗਾ ਤੇ ਉਹਨੂੰ ਹਰ ਇੱਕ ਚੀਜ਼ ਯਾਦ ਆ ਜਾਊਗੀ। ਤੁਸੀਂ 10 ਸਾਲ ਦੇ ਅਕਾਊਂਟ ਵੀ ਉਹਨੂੰ ਕਹੋਗੇ ਨਾ ਕਿ ਖੋਲ ਕੇ ਵੇਖ ਲਾ, ਤੁਸੀਂ 10 ਸਾਲ ਪਹਿਲਾਂ ਵੀ ਕਹੋਗੇ ਕਿ 1 ਲੱਖ ਰੁਪਇਆ ਕਿੱਥੇ ਖਰਚਿਆ, ਤਾਂ ਕੰਪਨੀ ਕਹੂਗੀ ਕਿ ਮੈਂ ਇੱਥੇ ਖਰਚਿਆ ਹੀ ਮੈਂ ਲਿਖਿਆ, ਕਿਉਂਕਿ ਹਿਊਮਨ ਦੀ ਮੈਮਰੀ ਸ਼ਾਰਟ ਹੁੰਦੀ ਹੈ। ਸੋ ਉਹਨੂੰ ਹਰ ਇੱਕ ਚੀਜ਼ ਨੂੰ ਕੀ ਕਰਨਾ ਪੈਂਦਾ, ਰਿਕਾਰਡ ਕਰਨਾ ਪੈਂਦਾ। ਨੈਕਸਟ ਵਨ ਇਜ਼ ਟੂ ਅਸਰਟੇਨ ਪ੍ਰੋਫਿਟ ਐਂਡ ਲਾਸ। ਸੈਕਿੰਡ ਥਿੰਗ ਪਹਿਲੀ ਚੀਜ਼ ਰਿਕਾਰਡ ਕਰ ਲਈ। ਠੀਕ ਹੈ। ਤੇ ਦੂਜੀ ਚੀਜ਼ ਕੀ ਹੋ ਗਈ ਕਿ ਪ੍ਰੋਫਿਟ ਐਂਡ ਲਾਸ ਕੈਲਕੂਲੇਟ ਕਰਨਾ। ਕੋਈ ਵੀ ਕੰਪਨੀਆਂ ਅਕਾਊਂਟਸ ਤਾਂ ਕਰਕੇ ਬਣਾਉਂਦੀਆਂ ਤਾਂ ਜੋ ਉਹਨੂੰ ਪਤਾ ਚੱਲ ਸਕੇ ਕਿ ਕੰਪਨੀ ਨੂੰ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ। ਐਂਡ ਇਨਕਮ ਸਟੇਟ ਇਜ਼ ਪ੍ਰੇਅਰ ਟੂ ਕੈਲਕੂਲੇਟ ਪ੍ਰੋਫਿਟ ਅਰਨਡ ਔਰ ਲਾਸਿਸ ਸਫਰਡ ਡਿਊਰਿੰਗ ਏ ਪੀਰੀਅਡ ਆਫ ਟਾਈਮ। ਇਟ ਇਜ਼ ਆਲਸੋ ਨੋਨ ਐਜ਼ ਦਾ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ। ਬੱਚੇ ਉਹੀ ਗੱਲ ਹੋ ਗਈ ਕਿ ਜਿਹੜਾ ਤੁਸੀਂ ਪ੍ਰੋਫਿਟ ਕੱਢਦੇ ਹੋ ਜਾਂ ਲਾਸ ਕੱਢਦੇ ਜੋ ਉਹ ਕਿਹਦੇ ਥਰੂ ਕਰਦੇ ਹੋ, ਜੋ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ। ਠੀਕ ਹੈ ਜੀ। ਠੀਕ ਹੈ। ਐਂਡ ਲਾਸਟ ਵਨ ਇਜ਼ ਟੂ ਜੱਜ ਦ ਫਾਈਨੈਂਸ਼ੀਅਲ ਪੋਜੀਸ਼ਨ। ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਫਾਈਨੈਂਸ਼ੀਅਲ ਪੋਜੀਸ਼ਨ ਤੁਸੀਂ ਕਿੱਦਾਂ ਜੱਜ ਕਰ ਸਕਦੇ ਹੋ, ਫਰੋਮ ਦ ਬੈਲੈਂਸ ਸ਼ੀਟ। ਪ੍ਰੋਫਿਟ ਐਂਡ ਲਾਸ ਕਿੱਥੋਂ ਜੱਜ ਕਰੋਗੇ, ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ। ਬਟ ਫਾਈਨੈਂਸ਼ੀਅਲ ਪੋਜੀਸ਼ਨ ਕਿੱਥੋਂ ਜੱਜ ਕਰੋਗੇ, ਤੁਸੀਂ ਬੱਚੇ ਕੀ ਕਹਿੰਦੇ ਬੈਲੈਂਸ ਸ਼ੀਟ ਤੋਂ। ਠੀਕ ਹੈ। ਫॉर द पर्पस ऑफ साउंड डिसीजन मेकिंग इन्फॉर्मेशन अबाउट द फाइनेंशियल पोजीशन। ਉਹੀ ਗੱਲ ਹੋਗੀ ਨਾ ਕਿ फाइनेंशियल पोजीशन ऑफ ए बिजनेस एंटरप्राइज इज रिक्वायर्ड फॉर दिस पर्पस। ए फाइनेंशियल पोजीशन स्टेटमेंट इज रिक्वायर्ड। इट इज नोन एज द बैलेंस शीट विच इज नथिंग बट लिस्टिंग ऑफ एसेट्स लाइबिलिटीज एंड कैपिटल। ਬੱਚੇ ਇਹਦੇ ਵਿੱਚ ਵੇਖੋ ਕਿ बैलेंस शीट ਦੇ ਵਿੱਚ ਆਪਾਂ ਕਹਿੰਦੇ ਕਿਹੜੀਆਂ ਚੀਜ਼ਾਂ ਦੱਸਦਾ। बैलेंस शीट का पहली तो गल है कि बैलेंस शीट तुहानूं पोजीशन दस देगा कि पहले नंबर पर कंपनी 10वें ते 100वें ते 200 ते 300 ते ऑल ओवर द वर्ल्ड। ठीक है। फिर कहते बैलेंस शीट दे विच किहड़ियां चीज़ां आउंदियां वा। बैलेंस शीट दे विच फस्ट ऑफ ऑल किहड़ी चीज़ आउंदी, एसेट्स। बच्चे एसिड अकाउंट्स की भाषा दे विच आपां एसेट्स किहनूं कहीदा वा, जिहड़ियां अपणियां फिक्स एसेट्स हुंदियां। फिक्स दा मतलब यह है जिद्दां लैंड हो गई, बिल्डिंग हो गई। ठीक है। कि ਜਿਹੜੀਆਂ ਚੀਜ਼ਾਂ मैं ਤੁਹਾਨੂੰ ਇਹ एसेट्स बाद चों समझाऊंगी सैकेंड चैप्टर ਦੇ ਵਿੱਚ ਸਾਰਾ फुल फॉर्म्स ਦੇ ਨਾਲ ਆ ਸਾਰਾ ਡੈਫੀਨੇਸ਼ਨਸ। ਐਸੈਟ ਦਾ ਮਤਲਬ ਇਹ ਹੁੰਦਾ ਵਾ ਕਿ ਜਿਹੜੀ ਚੀਜ਼ ਤੁਸੀਂ ਓਨਡ ਕੀਤੀ ਆ। ਜਿੱਦਾਂ ਹੁਣ ਵੇਖੋ ਤੁਹਾਡਾ ਬਿਜ਼ਨਸ ਕਾਹਦਾ, ਜੇ ਬਿਜ਼ਨਸ ਤੁਹਾਡਾ ਸ਼ੂ ਮੇਕਿੰਗ ਦਾ ਵਾ, ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦਿੱਤੀ। ਚਲੋ ਫੋਰ ਐਗਜ਼ਾਮਪਲ ਇੱਕ ਜਿਹਦਾ ਤੁਹਾਡੇ ਘਰ ਫਾਰਮਰ ਆ, ਤੁਹਾਡੇ ਪਾਪਾ। ਠੀਕ ਆ। ਤੇ ਫਾਰਮਰ ਆ ਤੇ ਉਹਦੇ ਐਸੈਟਸ ਕੀ ਹੋਣਗੇ, ਟਰੈਕਟਰ, ਟਰਾਲੀ। ਠੀਕ ਹੈ। ਕਿ ਜਿਨ੍ਹਾਂ ਨੂੰ ਐਸੈਟਸ ਉਹ ਹੁੰਦੇ ਆ ਕਿ ਜਿਨ੍ਹਾਂ ਨੂੰ ਆਪਾਂ ਨੂੰ ਲੈਣ ਲੱਗੇ ਲੱਖਾਂ ਰੁਪਈਏ ਲੱਗਦੇ ਆ ਤੇ ਜਿਨ੍ਹਾਂ ਦੀ ਬੁਨਿਆਦ ਵੀ ਕੀ ਹੁੰਦੀ ਆ 1 ਸਾਲ ਤੋਂ ਵੱਧ। ਹੁਣ ਟਰੈਕਟਰ ਲਿਆ ਵਾ ਤੁਸੀਂ 5 ਲੱਖ ਦਾ 6 ਲੱਖ ਦਾ ਲਿਆ, ਦੈਟ ਮੀਨਸ ਕਿ ਤੇ ਉਹ ਤੁਸੀਂ 1 ਸਾਲ ਬਾਅਦ ਹੀ ਥੋੜ੍ਹੀ ਵੇਚਣ ਦੀ ਤਾਂ ਗੱਲ ਹੋਰ ਆ, ਫਿਰ ਵੀ ਤੁਸੀਂ ਉਹਨੂੰ ਵੇਚੋਗੇ ਤੇ ਜੇ 5 ਲੱਖ ਦਾ ਲਿਆ ਤਾਂ ਤੁਹਾਨੂੰ 3-4 ਲੱਖ ਦਾ ਤੁਸੀਂ ਵੇਚ ਦੋਗੇ। ਬਟ ਪ੍ਰੋਬਲਮ ਇਹ ਕਿ ਉਹ ਭਾਵੇਂ ਜਿੰਨੇ ਮਰਜ਼ੀ ਸਾਲ ਤੱਕ, ਭਾਵੇਂ ਜਿੰਨੇ ਮਰਜ਼ੀ ਲੋਕ ਲਈ ਜਾਣ, ਬਟ ਉਹ ਕੀ ਆ ਤੁਹਾਡਾ ਐਸੈਟ ਆ। ਕਿਉਂਕਿ ਉਹ ਕਿੰਨੇ ਸਾਲ ਯੂਜ਼ ਹੋ ਸਕਦੀ ਆ। ਟਰਾਲੀ ਆ, ਟਰਾਲੀ ਇਹ ਥੋੜ੍ਹੀ ਆ ਕਿ ਇੱਕ ਵਾਰੀ ਵਰਤੀ ਤਾਂ ਖਰਾਬ ਹੋ ਜੂਗੀ। ਠੀਕ ਆ ਨਾ। ਹੁਣ ਤੁਹਾਡੇ ਘਰ ਬਾਕੀ ਮਸ਼ੀਨਸ ਆ, ਜਿੱਦਾਂ ਆਪਾਂ ਕਹਿ ਤੂੜੀ ਬਣਾਉਣ ਵਾਲੀ ਮਸ਼ੀਨ ਆ, ਠੀਕ ਆ, ਹੱਲਾਂ ਵਾ, ਇਹ ਸਾਰੇ ਕੀ ਆ ਐਸਿਡ। ਜਿਹੜੀਆਂ ਚੀਜ਼ਾਂ ਐਸਿਡ ਉਹ ਵਾਲੀਆਂ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਤੁਹਾਡੀਆਂ ਆਪਣੀਆਂ ਤੇ ਹੈਗੀਆਂ ਵਾ, ਬਟ ਜਿਨ੍ਹਾਂ ਨੂੰ ਤੁਹਾਨੂੰ ਲੱਖਾਂ ਰੁਪਈਏ ਲੱਗੇ ਆ ਲੈਣ ਨੂੰ, ਤੇ ਜਿਨ੍ਹਾਂ ਦੀ ਮਨਿਆਦ ਦਾ ਮਤਲਬ ਹੁੰਦਾ ਵਾ ਕਿ ਜਿਹੜੇ 1 ਸਾਲ ਤੋਂ ਵੱਧ ਯੂਜ਼ ਹੋ ਸਕਦੇ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ, ਐਸਿਡਸ ਕਹਿ ਦਿੰਦੇ। ਲਾਇਬਿਲਿਟੀਜ਼ ਹੁੰਦੀਆਂ ਬੱਚੇ ਕਰਜ਼ਾ। ਲਾਇਬਿਲਿਟੀਜ਼ ਦਾ ਮਤਲਬ ਹੁੰਦਾ ਕਰਜ਼ਾ। ਐਂਡ ਕੈਪੀਟਲ ਦਾ ਮਤਲਬ ਹੁੰਦਾ ਵਾ ਕਿ ਤੁਹਾਡੇ ਕੋਲ ਪੈਸਾ ਕਿੰਨਾ ਵਾ। ਕੈਪੀਟਲ ਦਾ ਮਤਲਬ ਇਹ ਹੁੰਦਾ ਵਾ ਕਿ ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕੀਤਾ, ਜਿੰਨਾ ਤੁਸੀਂ ਪੈਸਾ ਲਾਇਆ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਕੈਪੀਟਲ। ਤੁਹਾਡੀ ਪੂੰਜੀ ਕਿੰਨੀ ਆ। ਪੂੰਜੀ ਦਾ ਮਤਲਬ ਇਹ ਆ ਕਿ ਜੇ ਤੁਸੀਂ ਘਰ ਬਣਾਉਣ ਲੱਗੇ ਜੋ, ਠੀਕ ਹੈ ਨਾ, ਫੋਰ ਐਗਜ਼ਾਮਪਲ ਜੇ ਤੇ ਘਰ ਬਣਾਉਣ ਲੱਗੇ ਜੇ ਤੁਹਾਡੇ ਕੋਲ ਪਹਿਲਾਂ 5 ਲੱਖ ਰੁਪਇਆ ਪਿਆ ਵਾ, ਦੈਟ ਮੀਨਸ ਕੈਪੀਟਲ ਤੁਹਾਡੀ ਕਿੰਨੀ ਆ, 5 ਲੱਖ ਰੁਪਈਆ। ਜਿੰਨਾ ਪੈਸਾ ਤੁਹਾਡੇ ਕੋਲ ਪਹਿਲਾਂ ਪਿਆ ਹੋਇਆ ਉਹਨੂੰ ਆਪਾਂ ਕੀ ਕਹਾਂਗੇ, ਕੈਪੀਟਲ। ਐਂਡ ਲਾਇਬਿਲਿਟੀਜ਼ ਕੀ ਹੁੰਦੀਆਂ ਵਾ, ਜਿਹੜਾ ਤੁਹਾਡੇ ਸਿਰ ਕਰਜ਼ਾ ਵਾ। ਐਂਡ ਐਸਿਡਸ ਦਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਜਿਹੜੇ ਤੁਹਾਡੀਆਂ ਆਪਣੀਆਂ ਚੀਜ਼ਾਂ ਹੁੰਦੀਆਂ ਬਟ ਜਿਨ੍ਹਾਂ ਦੀ ਵੈਲਿਊ ਕੀ ਹੁੰਦੀ ਆ, ਲੱਖਾਂ ਦੇ ਵਿੱਚ ਹੁੰਦੀ ਆ। ਐਂਡ ਜਿਨ੍ਹਾਂ ਦੀ ਦੂਜੀ ਥਿੰਗ ਆ ਕਿ ਜਿਹੜੇ ਯੂਜ਼ ਕੀ ਹੋ ਜਾਂਦੇ ਆ 1 ਸਾਲ ਤੋਂ ਵੱਧ ਤੱਕ। ਠੀਕ ਹੈ। ਸੋ ਬੈਲੈਂਸ ਸ਼ੀਟ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ। ਬੈਲੈਂਸ ਸ਼ੀਟ ਦੇ ਵਿੱਚ ਪਹਿਲਾਂ ਆਪਾਂ ਕਹਿੰਦਾ ਕਿ ਇਹ ਦੱਸਦਾ ਪੋਜੀਸ਼ਨ ਕਿੰਨੀ ਵੀ ਹੈ ਕੰਪਨੀ ਦੀ, ਤੇ ਦੂਜੀ ਚੀਜ਼ ਕਿ ਬੈਲੈਂਸ ਸ਼ੀਟ ਦੇ ਵਿੱਚ ਕਿਹੜੀਆਂ ਚੀਜ਼ਾਂ ਪੋਜੀਸ਼ਨ ਦੱਸਦੇ ਆ। ਇੱਕ ਐਸੈਟਸ ਦੱਸਦੇ, ਇੱਕ ਲਾਇਬਿਲਿਟੀਜ਼ ਦੱਸਦੇ ਆ ਤੇ ਇੱਕ ਕੈਪੀਟਲ ਦੱਸਦੇ ਆ। ਬੱਚੇ ਸੈਕੰਡਰੀ ਆਬਜੈਕਟਿਵਸ ਵੀ ਕੈਨ ਡੂ ਟੁਮਾਰੋ। ਠੀਕ ਹੈ। ਸੈਕੰਡਰੀ ਆਬਜੈਕਟਿਵਸ ਆਪਾਂ ਕੱਲ੍ਹ ਕਰਾਂਗੇ। ਠੀਕ ਹੈ। ਦੈਟਸ ਆਲ ਫॉर ਟੂਡੇ।